Welcome to my channel Learn with Sunana. Today will be discussions topic MA History, semester 4th, paper 2nd, History and Historical Method, short note. Last video ਅਸੀਂ ਕੀ ਕੀਤਾ ਸੀ ਹਿਸਟੋਰੀਕਲ ਫੈਕਟ ਕੀਤੀ ਸੋਸ਼ਲ ਫੋਰਸਿਸ ਸਾਇੰਟੀਫਿਕ ਮੈਥਡ ਐਂਡ ਇਮੇਜਿਨੇਟਿਵ ਅੰਡਰਸਟੈਂਡਿੰਗ ਅੱਜ ਅਸੀਂ ਕੀ ਕਰਾਂਗੇ ਨਿਸ਼ਚੈਵਾਦ ਡਿਟਰਮਿਨਿਜ਼ਮ ਇਤਿਹਾਸ ਦੇ ਨਿਸ਼ਚੈਵਾਦ ਸਿਧਾਂਤ ਦੇ ਅਨੁਸਾਰ ਕੀ ਮੰਨਿਆ ਜਾਂਦਾ ਹੈ ਕਿ ਘਟਨਾਵਾਂ ਕਿਸੇ ਅਗਿਆਤ ਪਹਿਲਾਂ ਤੋਂ ਨਿਰਧਾਰਿਤ ਪ੍ਰਕਿਰਿਆ ਦਾ ਕੀ ਹੁੰਦੀਆਂ ਹਨ ਨਤੀਜਾ ਹੁੰਦੀਆਂ ਹਨ ਇਸ ਕਰਕੇ ਅਸੀਂ ਕੀ ਕਹਿ ਸਕਦੇ ਹਾਂ ਕਿ ਇਸ ਨੂੰ ਇੱਕ ਵਿਸ਼ਵਾਸ ਮੰਨਿਆ ਗਿਆ ਹੈ ਜਿਸ ਸੰਸਾਰ ਵਿੱਚ ਜੋ ਵੀ ਕੁਝ ਵਾਪਰਦਾ ਹੈ ਉਸਦੇ ਕਈ ਕਾਰਨ ਹੁੰਦੇ ਹਨ ਉਹਨਾਂ ਕਾਰਨਾਂ ਤੋਂ ਵੀ ਬਿਨਾਂ ਵੀ ਕੁਝ ਵਾਪਰ ਸਕਦਾ ਹੈ ਇਹ ਨਿਸ਼ਚਿਤ ਕਰਨ ਦੀ ਪ੍ਰਕਿਰਿਆ ਵਿੱਚ ਛੁਪਿਆ ਹੁੰਦਾ ਹੈ ਤੇ ਨਿਸ਼ਚਿਤ ਕਰਨ ਦੀ ਪ੍ਰਕਿਰਿਆਤਮਕ ਰੂਪ ਵਿੱਚ ਸਾਹਮਣੇ ਨਹੀਂ ਆਉਣਗੇ ਉਹ ਕੁਝ ਵੀ ਵਾਪਰ ਸਕਦਾ ਹੈ ਇਤਿਹਾਸਕਾਰ ਵਿੱਚ ਘਟਨਾ ਦੇ ਪਿਛੋਕੜ ਵਿੱਚ ਉਸੇ ਗੱਲ ਨੂੰ ਲੈ ਕੇ ਤਲਾਸ਼ ਕਰਨਾ ਚਾਹੁੰਦੇ ਹਨ ਜੋ ਘਟਨਾ ਵਾਪਰਨ ਦੇ ਲਈ ਉੱਤਰਦਾਈ ਹੁੰਦੀ ਹੈ ਇਸ ਦੇ ਲਈ ਉਸ ਦੀ ਪਿੱਠ ਭੂਮੀ ਦੇ ਸਾਰੇ ਸੂਤਰਾਂ ਨੂੰ ਜੋੜਨ ਦੀ ਕੋਸ਼ਿਸ਼ ਕਰਦਾ ਹੈ ਉਹ ਇਹੀ ਸੋਚਦਾ ਹੈ ਕਿਉਂਕਿ ਘਟਨਾਵਾਂ ਮਨੁੱਖੀ ਵਿਵਹਾਰ ਵੀ ਛੁਪੀਆਂ ਹੋਈਆਂ ਹਨ ਇਸ ਲਈ ਉਹ ਘਟਨਾ ਦੇ ਕਾਰਨਾਂ ਦਾ ਗਿਆਨ ਪ੍ਰਾਪਤ ਕਰਨ ਲਈ ਮਨੁੱਖੀ ਵਿਹਾਰ ਨਾਲ ਸੰਬੰਧਿਤ ਕਾਰਜਾਂ ਦਾ ਕੀ ਕਰਦਾ ਹੈ ਜੋ ਉਹਨਾਂ ਦੇ ਪਾਸਟ ਵਿੱਚ ਅਤੀਤ ਜੁੜਿਆ ਹੈ ਉਹਨਾਂ ਦੀ ਸਟੱਡੀ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਨਾਲ ਇਤਿਹਾਸ ਦਾ ਨਿਰਮਾਣ ਹੁੰਦਾ ਹੈ ਇਸ ਦਿਸ਼ਾ ਵਿੱਚ ਇਹ ਕੁਐਸਚਨ ਉੱਠਦਾ ਹੈ ਕਿ ਕੁਦਰਤੀ ਹੈ ਕਿ ਅਤੀਤ ਅਤੇ ਵਰਤਮਾਨ ਦੇ ਮਨੁੱਖਾਂ ਦੇ ਅਨੁਭਵ ਵਿਚਾਰ ਅਤੇ ਵਿਹਾਰ ਵਿੱਚ ਸਮਾਨਤਾ ਹੈ ਇਸ ਸੰਬੰਧ ਵਿੱਚ ਪੋਵਿਕ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਕੀ ਸਪਸ਼ਟ ਲਿਖਿਆ ਹੈ ਕਿ ਮਨੁੱਖੀ ਸੁਭਾਅ ਇੱਕ ਨਾ ਹੁੰਦਾ ਤਾਂ ਕਹਾਣੀ ਕਿੰਨੀ ਔਖੀ ਹੁੰਦੀ ਉਸ ਦੇ ਅਨੁਸਾਰ ਸਦੀਆਂ ਦੇ ਬਾਅਦ ਵੀ ਮਨੁੱਖੀ ਸੁਭਾਅ ਵਿੱਚ ਤਬਦੀਲੀ ਨਹੀਂ ਹੁੰਦੀ ਪੋਵਿਕ ਅਟੁੱਟ ਵਿਸ਼ਵਾਸ ਹੈ ਕਿ ਅਤੀਤ ਅਤੇ ਵਰਤਮਾਨ ਵਿੱਚ ਮਨੁੱਖੀ ਸੁਭਾਅ ਦੇ ਵਿੱਚ ਸਮਾਨਤਾ ਹੈ ਇਸ ਤੋਂ ਭਾਵ ਹੈ ਕਿ ਹਜ਼ਾਰਾਂ ਸਾਲਾਂ ਬਾਅਦ ਵੀ ਮਨੁੱਖ ਦਾ ਸੁਭਾਅ ਨਹੀਂ ਬਦਲਿਆ ਹੈ ਇਹ ਕੀ ਹੈ ਨਿਸ਼ਚੈ ਹੈ ਇੱਕ ਵਿਚਾਰਧਾਰਾ ਦੀ ਨੈਕਸਟ ਕੀ ਹੈ ਯਥਾਰਥਿਕਤਾ ਆਬਜੈਕਟਿਵਿਟੀ ਪਹਿਲੀ ਗੱਲ ਸਾਨੂੰ ਪਤਾ ਹੋਣਾ ਚਾਹੀਦਾ ਕੀ ਹੈ ਆਬਜੈਕਟਿਵਿਟੀ ਹੁੰਦੀ ਹੈ ਐਜ਼ ਇਟ ਇਜ਼ ਰਾਈਟ ਜਿਸ ਨੂੰ ਕੋਈ ਵੀ ਚੀਜ਼ ਨਹੀਂ ਕਰ ਸਕਦਾ ਇਹ ਸਾਇੰਟਿਫਿਕ ਹੁੰਦੀ ਹੈ ਆਬਜੈਕਟਿਵਿਟੀ ਵਿਗਿਆਨੀਆਂ ਦੇ ਅਨੁਸਾਰ ਕੀ ਇਸ ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਹੈ ਇਸ ਦਾ ਭਾਵ ਹੈ ਕਿ ਜੇਕਰ ਕੋਈ ਸਾਇੰਸ ਕਰ ਨਿਸ਼ਚਿਤ ਵਿਧੀ ਅਤੇ ਨਿਸ਼ਚਿਤ ਨਿਯਮਾਂ ਦੇ ਆਧਾਰ ਤੇ ਪ੍ਰਯੋਗਸ਼ਾਲਾ ਦੇ ਵਿੱਚ ਕੀ ਕਰੇ ਪ੍ਰਯੋਗ ਕਰਕੇ ਸਿੱਧ ਕਰਦੇ ਕਿ ਸਾਰੇ ਵਿਗਿਆਨਕਾਂ ਨੂੰ ਉਸਦੇ ਪ੍ਰਯੋਗ ਦੇ ਨਤੀਜੇ ਨੂੰ ਮਾਨਤਾ ਦੇਣੀ ਪਏਗੀ ਜੇਕਰ ਉਸਨੇ ਉਸ ਪ੍ਰਯੋਗ ਨੂੰ ਕੀ ਕਰਤਾ ਸਿੱਧ ਕਰਤਾ ਜੇ ਉਸਦਾ ਪ੍ਰਯੋਗ ਐਕੂਰੇਟ ਹੋਇਆ ਐਗਜ਼ਾਮਪਲ ਦੇ ਤੌਰ ਤੇ ਹਾਈਡਰੋਜਨ ਅਤੇ ਆਕਸੀਜਨ ਮਿਲ ਕੇ ਪਾਣੀ ਦਾ ਨਿਰਮਾਣ ਕਰਦੇ ਹਨ ਇੱਕ ਅਟਲ ਸਚਾਈ ਹੈ ਜਿਹੜੀ ਕਿ ਸਾਰੇ ਸਮਿਆਂ ਤੋਂ ਚੱਲੀ ਆ ਰਹੀ ਹੈ ਇਸ ਨਿਯਮ ਦੇ ਵਿਰੁੱਧ ਕੋਈ ਵੀ ਮਤ ਸਵੀਕਾਰ ਨਹੀਂ ਕੀਤਾ ਜਾ ਸਕਦਾ ਬਹੁਤ ਸਾਰੇ ਇਤਿਹਾਸਕਾਰ ਤੇ ਵਿਦਵਾਨਾਂ ਨੇ ਇਤਿਹਾਸ ਨੂੰ ਵੀ ਇੱਕ ਵਿਗਿਆਨ ਮੰਨਿਆ ਉਹਨਾਂ ਦਾ ਕੀ ਵਿਚਾਰ ਹੈ ਇਤਿਹਾਸ ਵਿੱਚ ਕੀ ਪਾਈ ਜਾਂਦੀ ਹੈ ਆਬਜੈਕਟਿਵਿਟੀ ਪਾਈ ਜਾਂਦੀ ਹੈ ਪਰੰਤੂ ਵਾਸਤਵਿਕਤਾ ਇਹ ਹੈ ਕਿ ਇਤਿਹਾਸਿਕ ਨਤੀਜੇ ਸਦਾ ਆਬਜੈਕਟਿਵ ਨਹੀਂ ਹੁੰਦੇ ਕਿਉਂਕਿ ਇਤਿਹਾਸ ਮਨੁੱਖੀ ਕਾਰਜਾਂ ਤੇ ਉਪਲਬਧੀਆਂ ਦਾ ਬਿਊਰਾ ਹੈ ਕਿਉਂਕਿ ਇਸ ਦੇ ਵਿੱਚ ਇਮੇਜਨਰੀ ਜਾਣੀ ਕਿ ਕਲਪਨਾ ਦਾ ਵੀ ਸਹਾਰਾ ਲਿਆ ਜਾਂਦਾ ਹੈ ਇਹਨਾਂ ਦੇ ਸੰਬੰਧ ਵਿੱਚ ਵੱਖ-ਵੱਖ ਇਤਿਹਾਸਕਾਰ ਕਿਸੇ ਵੀ ਕਾਰਨ ਕਿਸੇ ਵੀ ਨਤੀਜੇ ਤੇ ਪਹੁੰਚਣ ਤੇ ਸਹਿਮਤੀ ਨਹੀਂ ਹੁੰਦੀ ਇਸ ਪ੍ਰਕਾਰ ਇਤਿਹਾਸ ਵਿੱਚ ਆਬਜੈਕਟਿਵਿਟੀ ਦਾ ਜੋ ਆਪਰੇਸ਼ਨ ਬਹੁਤ ਗੰਭੀਰ ਤੇ ਉਲਝਿਆ ਹੋਇਆ ਹੈ ਅੱਜ ਕੱਲ ਇਤਿਹਾਸ ਲਿਖਣ ਵਿੱਚ ਪੱਖ ਦੀਆਂ ਪ੍ਰਵਿਰਤੀਆਂ ਕਾਫੀ ਜ਼ੋਰ ਪਕੜ ਰਹੀਆਂ ਜਾ ਰਹੀਆਂ ਹਨ ਇਹ ਵੀ ਇੱਕ ਸੱਚਾਈ ਹੈ ਕਿ ਇਤਿਹਾਸ ਵਿੱਚ ਨਿਰਪੱਖਤਾ ਸੰਭਵ ਹੈ ਜਿਹੜਾ ਇਤਿਹਾਸਕਾਰ ਨਿਰਪੱਖਤਾ ਦਾ ਦਾਅਵਾ ਕਰਦਾ ਹੈ ਉਹ ਵਿਦਿਆਰਥੀ ਜਾਂ ਪੜ੍ਹਨ ਵਾਲਿਆਂ ਨੂੰ ਭਰਮਾਂ ਵਿੱਚ ਹੀ ਪਾਉਂਦੇ ਹਨ ਇਹ ਕਿਸੇ ਆਬਜੈਕਟਿਵਿਟੀ ਜਿਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਚੇਂਜ ਨਹੀਂ ਹੁੰਦੀ ਐਜ਼ ਇਟ ਇਜ਼ ਹੀ ਉਸ ਨੂੰ ਫੋਲੋ ਕਰਨਾ ਪੈਂਦਾ ਹੈ ਨੈਕਸਟ ਕੀ ਹੈ ਬਾਇਸ ਇਨ ਹਿਸਟਰੀ ਜਾਂ ਇਤਿਹਾਸ ਵਿੱਚ ਪੱਖਪਾਤ ਇਤਿਹਾਸਕਾਰ ਵਿੱਚ ਅਕਸਰ ਇਹ ਦੇਖਣ ਨੂੰ ਮਿਲਦਾ ਹੈ ਕਿ ਇਤਿਹਾਸਕਾਰ ਪੱਖਪਾਤ ਦੀਆਂ ਪ੍ਰਵਿਰਤੀਆਂ ਦੇ ਕਾਰਨ ਕੀ ਕਰਦਾ ਹੈ ਨਿਰਪੱਖਤਾ ਦਾ ਪੂਰੀ ਤਰ੍ਹਾਂ ਪਾਲਣ ਕਰਨ ਦੇ ਵਿੱਚ ਉਯੋਗ ਨਹੀਂ ਹੁੰਦਾ ਅਸਮਰਥ ਹੁੰਦਾ ਹੈ ਇਸ ਸੰਬੰਧ ਵਿੱਚ ਡਾਕਟਰ ਲਿਪਸਨ ਕਲਰਕ ਦਾ ਮੰਨਣਾ ਹੈ ਕਿ ਇਤਿਹਾਸਕਾਰ ਹਮੇਸ਼ਾ ਪੱਖਪਾਤ ਬਾਜੀ ਤੇ ਨਿਰਪੱਖਤਾ ਦੇ ਵਿਚਕਾਰ ਮੱਧ ਮਾਰਗ ਦਾ ਕੀ ਕਰਦਾ ਹੈ ਅਨੁਸਰਨ ਕਰਦਾ ਹੈ ਉਹਨਾਂ ਦੀ ਹਮੇਸ਼ਾ ਉਲਝੇ ਹੋਏ ਪ੍ਰਸ਼ਨਾਂ ਨੂੰ ਆਪਣੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਹੁੰਦੀ ਹੈ ਓਲੰਪੀਅਨ ਦਾ ਮਤ ਹੈ ਕਿ ਇਤਿਹਾਸ ਵਿੱਚ ਪੱਖਪਾਤ ਤੇ ਨਿਰਪੱਖਤਾ ਦੋਵਾਂ ਹੀ ਪੱਖਾਂ ਲਈ ਇਤਿਹਾਸਕ ਤੱਥਾਂ ਦੀ ਪਰਮਾਰ ਹੁੰਦੀ ਹੈ ਇਸ ਲਈ ਇਤਿਹਾਸਕਾਰ ਨੂੰ ਨਿਰਪੱਖਤਾ ਦਾ ਪੱਖ
ਕੀ ਕਰਨਾ ਪੈਂਦਾ ਹੈ, ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਵਿਸ਼ੇ ਦੀ ਸੰਪੇਖਤਾ ਵਿੱਚ ਨਿਰਪੱਖਤਾ ਮੌਜੂਦ ਹੁੰਦੀ ਹੈ, ਪਰੰਤੂ ਵਿਸਤ੍ਰਿਤ ਵਿਆਖਿਆ ਦੇ ਕਾਰਨ ਇਤਿਹਾਸ ਦਾ ਤਿਆਗ ਕਰਕੇ ਇੱਕ ਪੱਖ ਵੱਲ ਹੀ ਆਪਣਾ ਧਿਆਨ ਕੇਂਦਰਿਤ ਕਰ ਲੈਂਦੇ ਹਨ। ਤੱਥਾਂ ਦੇ ਵਿਸਤ੍ਰਿਤ ਵਿਗਿਆਨਿਕ ਵਿਸ਼ਲੇਸ਼ਣ ਦੇ ਸਿੱਟੇ ਵਜੋਂ ਅਮਰੀਕਾ ਅਤੇ ਇੰਗਲੈਂਡ ਦੇ ਇਤਿਹਾਸਕਾਰਾਂ ਵਿੱਚ ਪੱਖਪਾਤ ਦੀ ਪ੍ਰਵਿਰਤੀ ਵੱਧਦੀ ਹੀ ਜਾ ਰਹੀ ਹੈ। ਨਿਰਪੱਖ ਇਤਿਹਾਸਕਾਰੀ ਵਿੱਚ ਨਿਰਪੱਖਤਾ ਇੱਕ ਬਹੁਤ ਵੱਡੀ ਰੁਕਾਵਟ ਹੈ। ਭਗਵਾਂ ਦੇ ਤੀਜੇ ਵਿੱਚ ਇਤਿਹਾਸ ਦੀ ਪ੍ਰਮਾਣਤਾ ਵੀ ਸ਼ੱਕ ਦੇ ਘੇਰੇ ਵਿੱਚ ਆ ਜਾਂਦੀ ਹੈ। ਅੱਜ ਕੱਲ੍ਹ ਇਤਿਹਾਸ ਲਿਖਣ ਵਿੱਚ ਪੱਖਪਾਤੀ ਪ੍ਰਵਿਰਤੀਆਂ ਕਈ ਜ਼ੋਰ ਪਕੜਦੀਆਂ ਜਾ ਰਹੀਆਂ ਹਨ। ਇਹ ਵੀ ਇੱਕ ਸੱਚਾਈ ਹੈ ਕਿ ਨਿਰਪੱਖਤਾ ਦਾ ਦਾਅਵਾ ਕਰਦਾ ਹੈ, ਵਿਦਿਆਰਥੀਆਂ ਜਾਂ ਹੋਰ ਪੜ੍ਹਨ ਵਾਲਿਆਂ ਨੂੰ ਭਰਮ ਵਿੱਚ ਪਾਉਂਦਾ ਹੈ। ਇਤਿਹਾਸ ਵਿੱਚ ਪੱਖਪਾਤ ਦੀ ਭਾਵਨਾ ਬਹੁਤ ਹੀ ਅਡੁੱਟ ਹੈ, ਨਿਆਂ ਸੰਗਤ ਨਹੀਂ ਮੰਨਿਆ ਜਾ ਸਕਦਾ। ਇਤਿਹਾਸ ਲਿਖਣ ਵਿੱਚ ਪਹਿਲਾ ਚਰਨ ਵਿਸ਼ੇ ਦੀ ਚੋਣ ਕਰਨਾ ਹੁੰਦਾ ਹੈ। ਇਸ ਤੋਂ ਇਤਿਹਾਸਕਾਰਾਂ ਦਾ ਪੱਖ ਕੀ ਹੁੰਦਾ ਹੈ, ਨਿਰਪੱਖਤਾ ਬਾਰੇ ਗਿਆਨ ਹੋ ਜਾਂਦਾ ਹੈ। ਜਿਹੜਾ ਇਤਿਹਾਸਕਾਰ ਆਪਣੀ ਰੁਚੀ ਤੇ ਦ੍ਰਿਸ਼ਟੀਕੋਣ ਅਨੁਸਾਰ ਵਿਅਰਥ ਵਿਸ਼ੇ ਦੀ ਚੋਣ ਕਰ ਲੈਂਦਾ ਹੈ, ਤਾਂ ਉਸ ਦਾ ਨਾਮ ਪੱਖਪਾਤ ਦੇ ਸਮਰਥਕਾਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ। ਆਪਣੀ ਇੱਛਾ ਅਨੁਸਾਰ ਵਿਅਰਥ ਵਿਸ਼ੇ ਦੀ ਚੋਣ ਕਰਨ ਤੋਂ ਬਾਅਦ ਇਤਿਹਾਸਕਾਰ ਆਪਣੀ ਰੁਚੀ ਦੇ ਅਨੁਸਾਰ ਤੱਥਾਂ ਦਾ ਕੀ ਕਰਦਾ ਹੈ, ਸੰਕਲਨ ਕਰਦਾ ਹੈ, ਮੀਨਜ਼ ਉਹਨਾਂ ਨੂੰ ਸਟਾਰਟ ਕਰਦਾ ਹੈ। ਅਜਿਹੀ ਹਾਲਤ ਵਿੱਚ ਇਤਿਹਾਸਕਾਰ ਤੋਂ ਨਿਰਪੱਖਤਾ ਦੀ ਉਮੀਦ ਕਰਨਾ ਵਿਅਰਥ ਹੈ। ਇਸ ਤੋਂ ਭਾਵ ਇਹ ਹੋਇਆ ਕਿ ਇਤਿਹਾਸਕਾਰ ਵਿੱਚ ਵਿਅਕਤੀਗਤ ਦ੍ਰਿਸ਼ਟੀਕੋਣ ਤੇ ਵਿਅਕਤੀਗਤ ਰੁਚੀਆਂ ਨੂੰ ਅਪਣਾਉਣਾ ਪੱਖਪਾਤ ਦੀ ਨਿਸ਼ਾਨੀ ਹੈ। ਪੱਖਪਾਤਬਾਜ਼ੀ ਦੀ ਪ੍ਰਵਿਰਤੀ ਵਿੱਚ ਅਜਿਹਾ ਆਕਰਸ਼ਣ ਹੈ, ਇਸ ਤੋਂ ਵੱਡੇ ਇਤਿਹਾਸਕਾਰ ਵੀ ਨਹੀਂ ਬਚ ਸਕੇ। ਉਦਾਹਰਣ ਲਈ 18ਵੀਂ ਸਦੀ ਦੇ ਬੁੱਧੀਵਾਦੀ ਤੇ ਆਸਕਰ ਗਿਬਨ ਨੇ ਰੋਮਨ ਸਾਮਰਾਜ ਦਾ ਉਥਾਨ ਤੇ ਪਤਾਨਾਮੀ ਗ੍ਰੰਥ ਦੀ ਰਚਨਾ ਇਸ ਲਈ ਕੀਤੀ ਕਿ ਜ਼ਾਲਮਤਾ ਦੇ ਵਿਰੁੱਧ ਧਰਮ ਤੇ ਨੈਤਿਕਤਾ ਦੀ ਜੁੱਤ ਨੂੰ ਸਪਸ਼ਟ ਕਰ ਸਕੇ। ਇਹ ਕਿਸੇ ਬਾਈਸਿਨ ਹਿਸਟਰੀ ਕਿ ਇਤਿਹਾਸ ਵਿੱਚ ਪੱਖਪਾਤ ਕਿਵੇਂ ਆਪਣਾ ਰੂਪ ਦਿਖਾਉਂਦਾ ਹੈ। ਨੈਕਸਟ ਕੀ ਹੈ, ਇਤਿਹਾਸ ਦਾ ਚੱਕਰ ਨਿਰੀਖਣ, ਸਾਈਕਲ ਵਿਊ ਆਫ ਹਿਸਟਰੀ, ਮੋਸਟ ਇੰਪੋਰਟੈਂਟ ਕੁਐਸਚਨ। ਵਸਤੂ ਵਿੱਚ ਇਸ ਦਾਤ ਦੀ ਵੀ ਨਿਸ਼ਚੈਵਾਤਾ ਦਾ ਦੂਸਰਾ ਰੂਪ ਹੈ। ਇਸ ਦੇ ਅਨੁਸਾਰ ਧਰਮ ਦਾ ਵਿਕਾਸ ਤੇ ਨਿਰਾਦਰ ਹੁੰਦਾ ਹੈ। ਮਨੁੱਖੀ ਸਰਗਰਮਤਾ, ਸੁਸਤੀ ਜਾਂ ਸਮਕਾਲੀ ਨੀਂਦ ਵਾਲੀ ਅਵਸਥਾ ਤੇ ਜਾਗਣ ਵਾਲੀਆਂ ਅਵਸਥਾਵਾਂ ਦਾ ਸਮਕਾਲੀ ਪ੍ਰਵਿਰਤੀਆਂ ਦੁਆਰਾ ਲਗਾਤਾਰ ਕੰਟਰੋਲ ਕੀਤਾ ਜਾਂਦਾ ਹੈ। ਕਹਿੰਦੇ ਜਿਵੇਂ ਜਿਵੇਂ ਯੁੱਗ ਦੇ ਵਿੱਚ ਪਰਿਵਰਤਨ ਆ ਰਿਹਾ ਹੈ, ਮਨੁੱਖ ਦੀ ਕਿਰਿਆ ਸ਼ਕਤੀ ਛੁਪੀ ਰਹਿੰਦੀ ਹੈ। ਵਿਅਕਤੀ ਸਮੂਹ ਦੇ ਅਧੀਨ ਹੈ। ਪ੍ਰਕਿਰਤੀਆਂ ਦੀ ਤੁਲਨਾ ਵਿੱਚ ਮਨੁੱਖਾਂ ਦੀ ਕੋਈ ਆਪਣੀ ਅਲੱਗ ਹੋਂਦ ਜਾਂ ਮਹੱਤਵ ਨਹੀਂ ਹੈ। ਇਹਨਾਂ ਪ੍ਰਕਿਰਤੀਆਂ ਨੂੰ ਬਹੁਤ ਸਾਰੇ ਇਤਿਹਾਸਕਾਰਾਂ ਨੇ ਕੀ ਕੀਤਾ, ਇਤਿਹਾਸ ਪ੍ਰਵਾਹ ਦੀ ਤੁਲਨਾ ਦਿੱਤੀ। ਅਰਬ ਦਾ ਮਾਨ ਇਤਿਹਾਸਕਾਰ ਇਬਨ ਖਲਦੂਨ ਦੀ ਇਤਿਹਾਸ ਸੰਬੰਧੀ ਸਰੀਰਕ ਧਾਰਨਾ ਅਟਲ ਨਿਸ਼ਚੈਵਾਦੀ ਪੁਸ਼ਟੀ ਕਰਦੀ ਹੈ। ਜਿਸ ਤਰ੍ਹਾਂ ਮਨੁੱਖੀ ਜੀਵਨ ਦਾ ਸਰੂਪ ਚੱਕਰੀ ਹੈ। ਚੱਕਰੀ ਕਿਵੇਂ ਹੈ, ਕਿਉਂਕਿ ਪਹਿਲੀ ਕੀ ਹੈ, ਬਾਲ ਅਵਸਥਾ, ਫਿਰ ਜਵਾਨੀ ਦੀ ਅਵਸਥਾ, ਫਿਰ ਸਿਆਣੀ ਉਮਰ ਦੀ ਅਵਸਥਾ, ਫਿਰ ਬੁਢਾਪੇ ਦੀ ਅਵਸਥਾ। ਉਸੇ ਤਰ੍ਹਾਂ ਮਨੁੱਖੀ ਵਿਗਿਆਨ ਜੀਵਨ ਦੀਆਂ ਚਰਨਬੱਧ ਸਟੇਜ ਪ੍ਰਕਿਰਤੀ ਤੇ ਕਿਸਮਤ ਦੇ ਅਨੁਸਾਰ ਅਟਲ ਹਨ। ਇਬਨ ਖਲਦੂਨ ਨੇ ਕੀ ਕੀਤਾ ਕਿ ਸਰੀਰਕ ਵਿਆਖਿਆ ਦੇ ਅਨੁਸਾਰ ਰਾਜਵੰਸ਼ ਤੇ ਰਾਜਾਂ ਦੇ ਉਥਾਨ ਪਤਨ ਦਾ ਸਥਾਨ ਨਿਰਧਾਰਿਤ ਕੀਤਾ। ਉਸ ਦੇ ਅਨੁਸਾਰ ਇਤਿਹਾਸ ਮਨੁੱਖੀ ਸਮਾਜ ਵਿੱਚ ਵਿਸ਼ਵ ਸੰਸਕ੍ਰਿਤੀ, ਸਮਾਜਿਕ ਪਰਿਵਰਤਨ, ਸੰਘਰਸ਼, ਕ੍ਰਾਂਤੀ, ਉਦਾਰ ਦੀ ਨੀਤੀ ਵਜੋਂ ਰਾਜਾਂ ਦੇ ਉਥਾਨ ਪਤਨ ਦੀ ਕਹਾਣੀ ਕੀ ਹੈ, ਚਲਦੀ ਰਹੀ ਹੈ। ਇਬਨ ਖਲਦੂਨ ਨੇ ਸਰੀਰਕ ਵਿਆਖਿਆ ਤੱਥਾਂ ਤੇ ਆਧਾਰਿਤ ਪ੍ਰਮਾਣਿਤ ਕਿਸੇ ਵੀ ਰਾਜਵੰਸ਼ ਦੀ ਸਥਾਪਨਾ ਬਰਬਰਤਾ, ਉਲਟਮਾਰ ਦੀ ਪ੍ਰਕਿਰਤੀ ਦਾ ਨਿਰਣਾਇਕ ਹੁੰਦੀ ਹੈ। ਉਸ ਤੋਂ ਬਾਅਦ ਰਾਜਵੰਸ਼ ਦੀ ਦੂਸਰੀ ਪੀੜ੍ਹੀ ਤੇ ਸ਼ਾਸਕ ਵਰਗ ਵੱਖ-ਵੱਖ ਜਾਤੀਆਂ ਦੇ ਆਚਾਰ ਵਿਚਾਰ, ਸਮਾਜਿਕ ਰੀਤੀ ਰਿਵਾਜ ਨੂੰ ਸਮਝਣ ਤੇ ਮਜ਼ਬੂਤ ਕਰਨ ਦਾ ਕਾਰਜ ਕਰਦਾ ਹੈ। ਇਹ ਰਾਜਵੰਸ਼ ਦੀ ਸਥਾਪਤ ਸਥਿਤੀ ਦਾ ਦੂਜਾ ਕਾਲ ਹੁੰਦਾ ਹੈ, ਜੋ ਨਾਗਰਿਕਤਾ, ਸਥਾਈਪਨ, ਵਿਚਰਨ ਤੇ ਸੰਗਠਨ ਦੇ ਵਿੱਚ ਵਿਸ਼ਵਾਸ ਵਿਵਸਥਾ ਨੂੰ ਸਥਿਰ ਕਰਦਾ ਹੈ। ਇਸ ਕਾਲ ਵਿੱਚ ਰਾਜ ਦੀਆਂ ਹੱਦਾਂ ਦਾ ਚਾਰੇ ਪਾਸੇ ਕੀ ਹੁੰਦਾ ਹੈ, ਵਿਕਾਸ ਹੁੰਦਾ ਹੈ। ਸ਼ਾਸਕ ਵੱਧ ਤੋਂ ਵੱਧ ਧਨ ਇਕੱਠਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਰਾਸ਼ਨ ਦੀ ਤੀਸਰੀ ਪੀੜ੍ਹੀ ਦੇ ਲਈ ਜ਼ਿਆਦਾ ਸਮੱਸਿਆਵਾਂ ਨਹੀਂ ਰਹਿੰਦੀਆਂ। ਫਲਸਰੂਪ ਇਹ ਪੋਤਕ ਸੂਚੀ ਦੇ ਵੱਲ ਆਕਰਸ਼ਿਤ ਕਰਨ ਵਾਲਾ ਸਮਾਂ ਹੁੰਦਾ ਹੈ। ਸ਼ਾਸਕ ਵਰਗ ਭੋਗ ਵਿਲਾਸ ਤੇ ਸ਼ਾਨ ਸ਼ੌਕਤ ਪ੍ਰਦਰਸ਼ਨ ਵਿੱਚ ਬਹੁਤ ਸਾਰਾ ਧਨ ਖਰਚ ਕਰਦਾ ਹੈ, ਜਿਸ ਦੇ ਨਤੀਜੇ ਚੌਥੀ ਪੀੜ੍ਹੀ ਨੂੰ ਭੁਗਤਣੇ ਪੈਂਦੇ ਹਨ। ਪ੍ਰਸ਼ਾਸਨ ਨੇ ਘੜੀਆਂ ਢਿੱਲੀਆਂ ਪੈਣ ਲੱਗ ਜਾਂਦੀਆਂ ਹਨ, ਕਿਉਂਕਿ ਪ੍ਰਸ਼ਾਸਨਿਕ ਤੰਤਰ ਵਿੱਚ ਵਿਅਕਤੀ ਦੀ ਦਖਲਅੰਦਾਜ਼ੀ ਵੱਧ ਜਾਂਦੀ ਹੈ ਤੇ ਉਹਨਾਂ ਦਾ ਰਾਜ ਪਰਿਵਾਰ ਤੇ ਅਨੁਚਿਤ ਅਸਲ ਕੰਮ ਕਰਨ ਲੱਗ ਪੈਂਦਾ ਹੈ। ਇਸ ਲਈ ਵਿਰੋਧੀ ਪ੍ਰਵਿਰਤੀਆਂ ਦਾ ਜਨਮ ਹੁੰਦਾ ਹੈ। ਆਂਤਰਿਕ ਦੇ ਬਾਰੇ ਵਿਰੋਧੀ ਸ਼ਕਤੀਆਂ ਪ੍ਰਬਲ ਹੋ ਜਾਂਦੀਆਂ ਹਨ। ਇਸ ਤੋਂ ਬਾਅਦ ਰਾਜਵੰਸ਼ ਦਾ ਵਿਕਾਸ ਨਿਸ਼ਚੈਵਾਦ ਦੇ ਅਨੁਸਾਰ ਹੀ ਹੁੰਦਾ ਹੈ। ਇਹ ਕਿਸੇ ਇਤਿਹਾਸ ਦਾ ਚੱਕਰ ਹੀ ਨਿਰੀਖਣ ਹੈ, ਜੋ ਕਿ ਮੋਸਟ ਇੰਪੋਰਟੈਂਟ ਕੁਐਸਚਨ ਹੈ। ਇਸਨੂੰ ਤੁਸੀਂ ਲੌਂਗ ਦੇ ਤੌਰ ਤੇ ਵੀ ਰੈਡੀ ਕਰ ਸਕਦੇ ਹੋ। ਜੇਕਰ ਤੁਹਾਨੂੰ ਮੇਰਾ
ਟੋਪਿਕ ਵਧੀਆ ਲੱਗਿਆ ਹੋਏ ਪਲੀਜ਼ ਲਾਈਕ, ਸ਼ੇਅਰ, ਸਬਸਕ੍ਰਾਈਬ ਮਾਈ ਚੈਨਲ ਲਰਨ ਵਿਥ ਸੁਨੈਨਾ। ਨੈਕਸਟ ਟੋਪਿਕ ਅਸੀਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਥੈਂਕ ਯੂ।